ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਏ ਮਨ ਹੋ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਅਮੁੱਲਕ ਸਵਾਸਾਂ ਅਤੇ ਕਰਮਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਆਰੰਭਤਾ ਕਰਨੀ ਕਰੀਏ ਜੀ। ਪਾਵਨ ਅੰਕ 49 ਦੇ ਉੱਤੋਂ 99 ਨੰਬਰ ਸ਼ਬਦ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਉਹ ਵਿਚਾਰ ਅਧੀਨ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ੍ਰੀ ਰਾਗ ਦੇ ਅੰਦਰ ਇਹ 19ਵਾਂ ਸ਼ਬਦ ਹੈ। ਪਾਤਸ਼ਾਹ ਜੀ ਆਖਣ ਲੱਗੇ, ਹੈ ਭਾਈ ਰਸਨਾ, ਰਸਨਾ ਤੋਂ ਭਾਵ ਜੀਵ, ਕਿ ਜੀਵ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸਿਮਰੀ ਹੈ ਕਿ ਸਿਮਰਨ ਕਰਨਾ ਚਾਹੀਦਾ ਹੈ। ਤੇ ਇਸ ਨਾਲ ਫਿਰ ਹੁੰਦਾ ਕੀ ਹੈ? ਪਾਤਸ਼ਾਹ ਜੀ ਆਖਦੇ ਕਿ ਸਿਮਰਨ ਦੀ ਮਾਲਕ ਦੀ ਰਹਿਮਤ ਨਾਲ ਫਿਰ ਮਨ ਅਤੇ ਤਨ ਹੈ ਜਿਹੜਾ ਉਹ ਨਿਰਮਲ ਹੋ ਜਾਂਦਾ ਹੈ, ਭਾਵ ਪਵਿੱਤਰ ਹੋ ਜਾਂਦਾ ਹੈ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ। ਪਾਤਸ਼ਾਹ ਜੀ ਆਖਣ ਲੱਗੇ ਮਾਤ ਪਿਤਾ, ਕਿ ਇਸ ਜਗਤ ਦੇ ਵਿੱਚ, ਇਸ ਸੰਸਾਰ ਦੇ ਅੰਦਰ ਮਾਂ ਪਿਓ ਆਦਿਕ ਬਥੇਰੇ ਜਿਹੜੇ ਸਾਕ ਅੰਗ ਹੁੰਦੇ ਨੇ, ਕਈ ਪ੍ਰਕਾਰ ਦੇ ਸਾਕ ਜਿਹੜੇ ਹੁੰਦੇ ਹਨ। ਪਰ ਪਾਤਸ਼ਾਹ ਜੀ ਆਖਣ ਤਿਸ ਬਿਨ, ਕਿ ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਦਾ ਨਾਲ ਨਿਭਣ ਵਾਲਾ ਸੰਬੰਧੀ ਨਹੀਂ ਹੁੰਦਾ, ਕਿ ਉਸ ਮਾਲਕ ਤੋਂ ਬਿਨਾਂ ਤੇਰੇ ਅੰਗ ਸੰਗ ਕੋਈ ਨਹੀਂ ਹੋ ਸਕਦਾ। ਕਿ ਕਈ ਵਾਰ ਜੇ ਦੁਨਿਆਵੀ ਤੌਰ ਤੇ ਵੀ ਆਪਾਂ ਗੱਲ ਕਰੀਏ, ਬਾਕੀ ਅੰਦਰ ਤੇ ਨਿਭਣ ਦੀ ਗੱਲ ਬੜੀ ਦੂਰ ਦੀ ਹੈ, ਕਿ ਕੋਈ ਕਿਸੇ ਦੇ ਅੰਦਰ ਵੜ ਕੇ ਨਹੀਂ ਦੇਖ ਸਕਦਾ ਕਿ ਕਿਸੇ ਦੇ ਅੰਦਰ ਕੀ ਹੁੰਦਾ ਹੈ, ਕਿਸੇ ਦੀ ਭਾਵਨਾ ਕਿਸੇ ਦੇ ਨਾਲ ਕਿਵੇਂ ਹੈ, ਭਾਵੇਂ ਪਿਓ ਪੁੱਤਰ ਹੈ, ਮਾਂ ਪਿਓ ਹੈ, ਭਾਵੇਂ ਕੋਈ ਵੀ ਹੈ, ਪਤੀ ਪਤਨੀ ਹੈ। ਪਰ ਜਿਸ ਇੱਕ ਛੋਟੀ ਜਿਹੀ ਉਦਾਹਰਨ ਲਈਏ, ਕਿ ਮੰਨ ਲਈਏ ਕਿ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਸਰੀਰਕ ਰੋਗ ਲੱਗਿਆ, ਤੇ ਸਰੀਰਕ ਰੋਗ ਦੇ ਲਈ ਉਹਨੂੰ ਹੀ ਦਰਦ ਹੋਏਗਾ ਜਿਸ ਨੂੰ ਸਰੀਰਕ ਰੋਗ ਹੋਇਆ ਹੈ। ਹਾਂ, ਉਸ ਦੇ ਦਰਦ ਨੂੰ ਜ਼ਰੂਰ ਮਹਿਸੂਸ ਜ਼ਰੂਰ ਕਰ ਸਕਦੇ ਨੇ ਉਹਦੇ ਸਾਕ, ਜਿਹੜੇ ਕੁਝ ਉਹਦੇ ਨੇੜਲੇ ਲੱਗਦੇ ਨੇ। ਬਹੁਤੇ ਤਾਂ ਉੱਤੋਂ ਉੱਤੋਂ ਕਰਨ ਵਾਲੇ ਦੀ ਕੋਈ ਗੱਲ ਨਹੀਂ, ਠੀਕ ਹੋ ਜਾਏਗਾ, ਸਹਾਰਾ ਹੀ ਦਿਲਾਸਾ ਦਿੰਦੇ ਨੇ। ਖੈਰ, ਪਰ ਉਹ ਦਰਦ ਹੈ ਜਿਹੜਾ ਉਹਨੂੰ ਹੀ ਪਤਾ ਹੁੰਦਾ ਕਿ ਉਸ ਰੋਗ ਦਾ ਦਰਦ ਕੀ ਹੈ। ਕਿ ਜਿਹੜਾ ਵੀ ਰੋਗ ਕਿਸੇ ਦੇ ਸਰੀਰ ਨੂੰ ਲੱਗਿਆ ਹੋਵੇ, ਤੇ ਦਵਾਈ ਵੀ ਫਿਰ ਉਹ ਆਪ ਹੀ ਖਾਂਦਾ ਹੈ, ਉਹਦੀ ਥਾਂ ਤੇ ਕੋਈ ਹੋਰ ਨਹੀਂ ਖਾ ਸਕਦਾ। ਕਿ ਟੀਕਾ ਕਿਸੇ ਦੇ ਹੋਰ ਲੱਗੇ ਤੇ ਆਰਾਮ ਜਿਹੜਾ ਹੈ ਉਹ ਕਿਸੇ ਹੋਰ ਨੂੰ ਸਰੀਰਕ ਰੋਗ ਨੂੰ ਆ ਜਾਏ, ਇਸ ਤਰ੍ਹਾਂ ਨਹੀਂ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖ ਰਹੇ ਨੇ ਕਿ ਉਹ ਮਾਲਕ ਤੋਂ ਬਿਨਾਂ ਕੋਈ ਵੀ ਜਿਹੜਾ ਹੈ, ਹਰ ਥਾਂ ਤੇ ਕੋਈ ਵੀ ਸਾਕ ਸੰਬੰਧੀ ਹੈ, ਭਾਵੇਂ ਮਾਂ ਪਿਓ ਹੀ ਹੈ, ਉਹ ਸਹਾਈ ਨਹੀਂ ਹੋ ਸਕਦੇ। ਉਹ ਮਾਲਕ ਹੀ ਹੈ ਜਿਹੜਾ ਸਭ ਥਾਵਾਂ ਤੇ ਸਹਾਈ ਹੁੰਦਾ ਹੈ। ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ।
ਪਾਤਸ਼ਾਹ ਜੀ ਆਖਣ ਲੱਗੇ ਜੇ ਉਹ ਮਾਲਕ ਪਰਮੇਸ਼ਰ ਆਪਣੀ ਮਿਹਰ ਕਰੇ ਤਾਂ ਹੀ ਉਹ ਜੀਵ ਨੂੰ ਜਿਹੜਾ ਰਤਾ ਭਰ ਸਮੇਂ ਲਈ ਵੀ ਨਹੀਂ ਭੁੱਲਦਾ, ਕਿ ਜੇ ਉਹ ਆਪ ਬਖਸ਼ਿਸ਼ ਕਰ ਦੇਵੇ ਨਾ ਫਿਰ ਜੀਵ ਨੂੰ ਜਿਹੜਾ ਹੈ ਉਹ ਭੁੱਲਦਾ ਨਹੀਂ ਹੈ, ਉਹ ਵਿਸਰਦਾ ਨਹੀਂ ਹੈ ਮਨ ਦੇ ਵਿੱਚੋਂ, ਹਿਰਦੇ ਦੇ ਅੰਦਰੋਂ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਜਿਚਰ ਸਾਸ, ਇੱਥੇ ਸਾਸ ਦਾ ਅਰਥ ਸਵਾਸ ਹੈ, ਸਾਹ ਆਉਣਾ। ਕਿਉਂਕਿ ਅੱਜ ਕੱਲ੍ਹ ਟੀਵੀਆਂ ਤੇ ਬਹੁਤ ਜ਼ਿਆਦਾ ਆਉਂਦਾ ਨਾ ਸਾਸ, ਜਿਹੜਾ ਹਿੰਦੀ ਦੇ ਵਿੱਚ ਸਾਸ ਹੁੰਦਾ ਹੈ। ਕਿਤੇ ਮੈਂ ਕਿਹਾ ਸੱਸ ਨਾ ਕੋਈ ਸਮਝ ਲਏ, ਇਹਦਾ ਅਰਥ ਸੱਸ ਨਹੀਂ ਹੈ। ਸਾਸ, ਜਿਚਰ ਸਾਸ, ਜਿੰਨਾ ਚਿਰ ਸਵਾਸ ਆਉਂਦੇ ਹੈ। ਪਾਤਸ਼ਾਹ ਜੀ ਆਖਣ ਲੱਗੇ ਕਿ ਮਨ ਮੇਰੇ ਹੈ, ਮੇਰੇ ਮਨ ਸਾਚਾ ਸੇਵ, ਉਸ ਮਾਲਕ ਪਰਮੇਸ਼ਰ ਨੂੰ ਸਿਮਰਨਾ ਕਰ, ਉਹਨੂੰ ਧਿਆਉਣਾ ਕਰ, ਉਹਨੂੰ ਯਾਦ ਰੱਖ, ਚੇਤੇ ਕਰ। ਜਿਚਰ ਸਾਥ, ਜਿਚਰ ਚਰ, ਕਿ ਜਿੰਨਾ ਚਿਰ ਸਾਸ ਤੇਰੇ ਸਰੀਰ ਦੇ ਵਿੱਚ ਇਹ ਸਾਹ ਆਉਂਦੇ ਨੇ ਨਾ, ਜਿੰਨਾ ਚਿਰ ਸਾਹ ਚੱਲ ਰਹੇ ਨੇ, ਉਹਨਾਂ ਸਮਾਂ ਉਸ ਮਾਲਕ ਨੂੰ ਧਿਆ। ਹੁਣ ਕੋਈ ਹੋਰ ਗੱਲ ਤਾਂ ਸਤਿਗੁਰੂ ਜੀ ਨੇ ਇੱਥੇ ਕੀਤੀ ਨਹੀਂ ਹੈ ਕਿ ਸਾਹ ਲੈਂਦਿਆਂ ਕੋਈ ਹੋਰ ਕੰਮ ਵੀ ਕਰ। ਇੱਕੋ ਹੀ ਗੱਲ ਆਖਦੇ ਨੇ ਕਿ ਉਹਦਾ ਨਾਮ ਜਪ, ਉਹਦਾ ਨਾਮ ਧਿਆ। ਕਹਿਣ ਤੋਂ ਭਾਵ ਹੈ ਕਿ ਉਹਦੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰ। ਜੋ ਮਾਲਕ ਦਾ ਹੁਕਮ ਹੈ ਉਸੇ ਅਨੁਸਾਰ ਆਪਣਾ ਜੀਵਨ ਹੈ ਜਿਹੜਾ ਉਹ ਬਤੀਤ ਕਰਨਾ ਕਰ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ਼ ਰਹਾਉ। ਬੜਾ ਸੌਖਾ ਸਤਿਗੁਰੂ ਜੀ ਨੇ ਸਮਝਾਇਆ ਹੈ। ਬਿਨ ਸੱਚੇ, ਕਿ ਮਾਲਕ ਪਰਮੇਸ਼ਰ ਤੋਂ ਬਿਨਾ, ਸੱਚੇ ਤੋਂ ਭਾਵ ਮਾਲਕ ਪਰਮੇਸ਼ਰ, ਕਿ ਜੋ ਸਦਾ ਸਥਿਰ ਰਹਿਣ ਵਾਲਾ ਪਰਮੇਸ਼ਰ ਹੈ, ਮਾਲਕ ਹੈ। ਬਿਨ ਸੱਚੇ, ਉਸ ਤੋਂ ਬਿਨਾ ਸਭ ਕੂੜ ਹੈ, ਸਭ ਕੁਝ ਝੂਠ ਹੀ ਹੈ, ਕੂੜਾ ਹੀ ਹੈ। ਅੰਤੇ ਹੋਏ ਵਿਨਾਸ਼, ਵਿਨਾਸ਼ ਤੋਂ ਭਾਵ ਖਤਮ ਹੋਣ ਵਾਲਾ, ਨਾਸ਼ ਹੋਣ ਵਾਲਾ, ਕਿ ਉਸ ਦੇ ਨਾਮ ਤੋਂ ਬਿਨਾ, ਉਹਦੇ ਤੋਂ ਬਿਨਾ ਸਭ ਕੁਝ ਹੈ ਜਿਹੜਾ ਉਹ ਨਾਸ਼ ਹੋਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਨ ਨ ਜਾਏ। ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਨੇ ਕਿ ਹੇ ਮੇਰੀ ਮਾਂ, ਮੇਰਾ ਮਾਲਕ ਪ੍ਰਭੂ ਉਹ ਪਵਿੱਤਰ ਸਰੂਪ ਹੈ, ਉਹ ਨਿਰਮਲ ਸਰੂਪ ਹੈ। ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ। ਭਾਵ ਜਦੋਂ ਉਹਦੀ ਮਿਹਰ ਹੋ ਜਾਂਦੀ ਹੈ, ਜਦੋਂ ਇਹ ਸਮਝ ਪੈ ਜਾਂਦੀ ਹੈ ਕਿ ਉਹਦੇ ਨਾਮ ਤੋਂ ਬਿਨਾ, ਉਹਦੇ ਤੋਂ ਬਿਨਾ ਸਭ ਕੁਝ ਹੀ ਕੂੜ ਹੈ, ਫਿਰ ਪਾਤਸ਼ਾਹ ਜੀ ਆਖ ਰਹੇ ਹਨ ਕਿ ਫਿਰ ਹੀ ਮੇਰੀ ਮਾਂ, ਉਹਦੇ ਤੋਂ ਬਿਨਾ ਫਿਰ ਮੈਂ ਹੋਰ ਸੰਸਾਰ ਨੂੰ ਖੁਸ਼ ਕਰਕੇ ਲੈਣਾ ਵੀ ਕੀ ਹੈ, ਕਿ ਝੂਠ ਇਕੱਠਾ ਕਰਕੇ ਫਿਰ ਮੈਂ ਲੈਣਾ ਵੀ ਕੀ ਹੈ। ਕਿ ਜੇ ਉਹ ਹੀ ਨਿਰਮਲ ਹੈ, ਉਹ ਬੇਦਾਗ ਹਸਤੀ ਇਕੱਲੀ ਉਹ ਹੀ ਹੈ, ਮਾਲਕ ਪਰਮੇਸ਼ਰ ਹੀ ਹੈ, ਤੇ ਫਿਰ ਮੈਂ ਉਹਦੇ ਨਾਲ ਜੁੜਾਂ, ਉਸ ਤੋਂ ਬਿਨਾ ਫਿਰ ਮੈਂ ਰਹਿ ਨਹੀਂ ਸਕਦਾ। ਕਿ ਜਿਵੇਂ ਕਿਸੇ ਨੂੰ ਪਾਣੀ ਦੀ ਪਿਆਸ ਲੱਗੇ ਨਾ, ਉਹਨੂੰ ਹੋਰ ਕੁਝ ਮਰਜ਼ੀ ਪਿਆ ਦਿੱਤਾ ਜਾਏ, ਉਹ ਆਖੇਗਾ ਨਹੀਂ ਮੈਂ ਪਾਣੀ ਪੀਣਾ, ਕਿਉਂਕਿ ਜਿਹੜੀ ਪਿਆਸ ਪਾਣੀ ਨੇ ਬੁਝਾਉਣੀ ਹੈ ਉਹ ਹੋਰ ਕੋਈ ਵਸਤੂ ਨਹੀਂ ਬੁਝਾ ਸਕਦੀ, ਕਿਉਂਕਿ ਪਿਆਸ ਹੀ ਪਾਣੀ ਦੀ ਹੈ। ਇਸੇ ਤਰ੍ਹਾਂ ਜਿਸ ਦੇ ਹਿਰਦੇ ਦੇ ਵਿੱਚ ਉਸ ਮਾਲਕ ਦੇ ਨਾਮ ਦੀ ਪਿਆਸ ਲੱਗ ਜਾਂਦੀ ਹੈ ਨਾ, ਫਿਰ ਉਹਨੂੰ ਫਿਰ ਹੋਰ ਕੋਈ ਨਾਮ ਜਾਂ ਕਹਿ ਦਈਏ ਹੋਰ ਕੋਈ ਭੋਜਨ ਹੈ ਉਹ ਮਿਟਾ ਨਹੀਂ ਸਕਦਾ। ਉਹ ਫਿਰ ਮਾਲਕ ਦਾ ਨਾਮ ਧਿਆਏਗਾ ਤੇ ਤਾਂ ਹੀ ਉਹਦੇ ਅੰਦਰੋਂ ਇਹ ਪਿਆਸ ਜਿਹੜੀ ਹੈ ਉਹ ਬੁਝੇਗੀ। ਮੇਰੇ ਮਨ ਤਨ ਭੁੱਖ ਅਤ ਅਗਲੀ, ਕੋਈ ਆਨ ਮਿਲਾਵੇ ਮਾਏ। ਅਗਲੀ ਤੋਂ ਭਾਵ ਬਹੁਤ। ਪਾਤਸ਼ਾਹ ਜੀ ਆਖਣ ਲੱਗੇ ਕਿ ਉਸ ਦੇ ਦੀਦਾਰ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹੈ ਤਾਂਘ ਹੈ, ਕਿ ਬੜੀ ਇੱਛਾ ਹੈ, ਬੜੀ ਹੁਣ ਤਾਂਘ, ਬੜੀ ਪਿਆਸ ਲੱਗੀ ਹੋਈ ਹੈ ਮੇਰੇ ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ, ਕਿ ਮੈਨੂੰ ਜਿਹੜਾ ਹੈ ਉਸ ਮਾਲਕ ਦੀ ਜਿਹੜੀ ਹੈ ਉਹ ਪ੍ਰਾਪਤੀ ਹੋ ਜਾਏ, ਮਿਲ ਜਾਏ। ਭੁੱਖ, ਬੜੀ ਭੁੱਖ ਲੱਗੀ ਹੋਈ ਹੈ ਉਸ ਦੇ ਦੀਦਾਰ ਦੀ।
कोई आन मिलावे माई कि हे मेरी मां कोई गुरमुख उस नूं लिया के मैनू मिला दवे। हुण कि मैनू कोई ऐसा सज्जन कोई ऐसा गुरमुख जिहड़ा उहनूं मिलिया होए जिन्हों पता होए कि ये अंदर दी भुख किवें दूर होनी है, मैनू वो कोई लिया के हुण मालक दे नाल मिला दे, जोड़ दवे ताकि मेरी जिहड़ी तांग है मेरी जिहड़ी तड़फ है वो पूरी हो जाए। चारे कुंडा भालियां शह बिन अवर न जाए। शह बिन भाव खसम प्रभु तो बिना। पातशाह जी आखन लगे चारे कुंडा कि मैं चारे कुंडा ही भाल के वेख लिया ने, भाव हर थां ते देख लिया, हर पासे भज भज के वेख लिया, हर विचार दे नाल जुड़ के वेख लिया, पर खसम प्रभु तो बिना मैनू होर कोई आसरा जिहड़ा सुझदा ही नहीं है कि ओदे वर्गा मैनू होर कोई अज तक दस्सिया ही नहीं, ओदे वर्गा मैनू होर कोई प्रतीत होया ही नहीं कि जिस हस्ती दा ਉਹ मालक है, जिस निर्मल पवित्र जीवन का ਉਹ मालक है, ओहो जा अज तक मैनू होर कोई सुझिया ही नहीं है। तिस आगे अरदास कर जो मेले करतार। पातशाह जी आखन लगे कि हे मेरे मन तिस आगे अरदास कर कि हुण ओहदे अगे अरदास कर जिहड़ा करतार दे नाल मिला दे। भाव करतार तो भाव जो मेले, करतार तो भाव वो मालक परमेश्वर, कि हुण उस अगे अरदास कर जिहड़ा तैनूं उस मालक दे नाल परमेश्वर प्रभु दे नाल मिला दवे। वो है कौन फिर? गुरु। कि हुण गुरु दे अगे अरदास करनी कर कि मैनूं शब्द की दात बख्श। हे गुरु पातशाह जी मैनू हुण नाम की दात दिओ ताकि मैं जिहड़ा है तुहाडे राही उस मालक नूं मिल सकां, मैं अंदर अपने प्रगट कर लावां। मेरे अंदर बहुत हनेरा है, मैनू ज्ञान दी मैनू सोझी बख्शो, बाणी बाणी दी मैनू है जिहड़ी वो दात बख्शो ताकि मैं है जिहड़ा उस मालक नूं मिल सकां। सतगुर दाता नाम का पूरा जिस भंडार। कि गुरु सच्चा गुरु है जिहड़ा गुरु नाम दी दात देने वाला है। दाता नाम का कि नाम दी दात गुरु पासों ही मिलती है, गुरु ही ये दात देने वाला है। उस गुरु दा नाम दा खजाना है जिहड़ा वो अमुक है, मुकदा नहीं कदे, भावें जितना कोई मर्जी लै जाए। कहण दा भाव कि जितने मर्जी आ जान, गुरु कदे नहीं आखदा कि मेरे कोलों भाई अज नाम मुक गया है तुसीं कल नूं आ जाओ। इस तरह नहीं, गुरु ते 24 घंटे भावें अद्धी रात नूं 12 वजे भी आके आखो कि सतगुरु जी नाम दे दिओ, उस वेले सतगुरु जी का स्वरूप प्रकाश करो, उस वेले दात बख्श देंगे कि लै भाई आ गए प्यासा लै जा। बाकी दुनियावी गुरु बथेरे तुरे फिरदे, उन्हां दा टाइम हुंदा एक दात देण दा नाम दी। होर जिवें फिर धन गुरु ग्रंथ साहब दात देंदे आ ना, फिर उवें वो दात नहीं देंदे, वो कन्नां च दात देंदे आ, हौली छोटा जिहा मंत्र पा देणगे, बस आ ही नाम है तेरे वास्ते, होर ना किते जे अपने साडा भांडा फुड़िया जाएगा, तैनूं ज्ञान हो जाऊगा। पर गुरु ग्रंथ साहब तो आखते नहीं कि जिन्ना समा तेरे कोल है ना उन्ना समा ही आई जा, ये भंडार अमुक है, जिन्नी क चुब्भी लगती उन्नी डूंगी ला ला, ये तेरी ताकत है कि तू किन्नी क डूंगी चुब्भी है जिहड़ी वो लाउणी है, उन्ना ही खजाना उन्ने रतन तैनूं अंदरों लभणगे। सदा सदा सालाही है अंत न पारावार। पातशाह जी आखन लगे गुरु की शरण पै के फिर सदा ही उस परमात्मा की सिफत सलाह करनी चाहिए, सदा सदा सलाह सदा ही सिफत सलाह करनी चाहिए है, जिस दे गुणां दा अंत नहीं पाया जा सकता, जिस दे गुणां दे समुंदर दा उरला ते पारला बन्ना है जिहड़ा
ਉਹ ਲੱਭਿਆ ਹੀ ਨਹੀਂ ਜਾ ਸਕਦਾ ਕਿ ਕਿੱਥੋਂ ਉਹਦੇ ਗੁਣ ਸ਼ੁਰੂ ਹੁੰਦੇ ਨੇ ਤੇ ਕਿੱਥੇ ਖਤਮ ਹੁੰਦੇ ਨੇ। ਐਸਾ ਕੋਈ ਅੰਦਾਜ਼ਾ ਹੈ ਜਿਹੜਾ ਉਹ ਲਾਇਆ ਹੀ ਨਹੀਂ ਜਾ ਸਕਦਾ ਹੈ। ਪਰਵਤਗਾਰ ਸਲਾਹੀਐ ਜਿਸ ਦੇ ਚਲਤ ਅਨੇਕ, ਚਲਤ ਤੋਂ ਭਾਵ ਕੌਤਕ ਚੋਜ, ਪਰਵਤਗਾਰ ਤੋਂ ਭਾਵ ਪਾਲਣਾ ਕਰਨ ਵਾਲਾ ਮਾਲਕ ਪਰਮੇਸ਼ਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਪਰਵਤਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ, ਕੀ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਉਸ ਪਰਵਤਗਾਰ ਪਾਲਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਦੇ ਅਨੇਕਾਂ ਕੌਤਕ ਜਿਹੜੇ ਉਹ ਦਿਸ ਰਹੇ ਨੇ ਕਿ ਸਾਨੂੰ ਹਰ ਰੋਜ਼ ਸਾਡੇ ਸਾਹਮਣੇ ਉਹਦੇ ਕੌਤਕ ਜਿਹਦੇ ਦਿਸਦੇ ਨੇ ਕਿ ਕਿਵੇਂ ਉਸ ਕੁਦਰਤ ਨੂੰ ਆਪਣੇ ਬੜੇ ਹੀ ਅਨੋਖੇ ਤਰੀਕੇ ਦੇ ਨਾਲ ਉਹਨੇ ਟਿਕਾਇਆ ਹੋਇਆ ਹੈ ਕਿ ਇੱਕ ਪਾਸੇ ਜੀਵ ਖਤਮ ਹੁੰਦੇ ਜਾ ਰਹੇ, ਦੂਜੇ ਪਾਸੇ ਉਹ ਪੈਦਾ ਹੁੰਦੇ ਆ ਰਹੇ, ਕਿ ਕਿੰਨੀ ਵੱਡੀ ਉਹਦੀ ਇਹ ਕੌਤਕ ਹੈ ਨਾ ਉਹਦਾ, ਕਿ ਇੱਕ ਪਾਸੇ ਖਤਮ ਤੇ ਦੂਜੇ ਪਾਸੇ ਪੈਦਾ। ਇੱਕ ਬੀਜ ਹੈ ਉਹ ਧਰਤੀ ਤੇ ਨਿੱਕਾ ਜਿਹਾ ਡਿੱਗਦਾ ਤੇ ਕਿੰਨਾ ਵੱਡਾ ਦਰਖਤ ਉਹਦੇ ਵਿੱਚੋਂ ਨਿਕਲ ਆਉਂਦਾ ਹੈ ਨਾ ਉਹ ਉਹਦੇ ਕੌਤਕ। ਕੋਈ ਦੁਨਿਆਵੀ ਬੰਦਾ ਤੇ ਇਹੋ ਜਿਹੀ ਚੀਜ਼ ਤਿਆਰ ਨਹੀਂ ਨਾ ਕਰ ਸਕਦਾ। ਉਹ ਮਾਲਕ ਦੀ ਦਾਤ ਹੀ ਹੈ, ਉਹਨੇ ਉਹ ਗੁਣ ਪਾਇਆ ਹੋਇਆ ਬੀਜ ਦੇ ਵਿੱਚ ਕਿ ਇਹ ਬੀਜ ਧਰਤੀ ਤੇ ਡਿੱਗੇਗਾ। ਹਾਂ, ਉਹਦੇ ਵਿੱਚ ਮਿਕਸਅਪ ਜ਼ਰੂਰ ਅੱਜ ਕੱਲ੍ਹ ਜਿਹੜਾ ਹੋ ਰਿਹਾ ਕਿ ਹਾਈਬ੍ਰਿਡ ਕਿਸਮਾਂ ਆ ਗਈਆਂ, ਹਾਂ ਮਿਕਸ ਜ਼ਰੂਰ ਕਰ ਸਕਦੇ ਆ, ਪਰ ਆਪਣੇ ਕੋਲੋਂ ਨਹੀਂ ਤਿਆਰ ਕਰ ਸਕਦੇ ਕਿ ਆਪਣੇ ਕੋਲੋਂ ਕੋਈ ਵਸਤੂ ਲਿਆ ਕੇ ਤਿਆਰ ਕਰ ਲੈਣ, ਬੀਜ ਹੀ ਲਿਆਉਣਾ ਪਏਗਾ। ਇੱਕ ਨਹੀਂ ਅਨੇਕ ਕੌਤਕ ਨੇ ਜਿਹੜੇ ਉਹਦੇ ਸਾਡੇ ਸਾਹਮਣੇ ਉਹ ਵਰਤ ਰਹੇ ਹਨ। ਪਾਤਸ਼ਾਹ ਜੀ ਆਖ ਰਹੇ ਹਨ ਪਰਵਤਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀਐ ਏਹਾ ਮਤ ਵਿਸ਼ੇਖ। ਵਿਸ਼ੇਖ ਤੋਂ ਭਾਵ ਚੰਗੇ। ਪਾਤਸ਼ਾਹ ਜੀ ਆਖਣ ਲੱਗੇ ਕਿ ਉਸ ਦਾ ਨਾਮ ਸਦਾ ਹੀ ਜਿਹੜਾ ਸਿਮਰਨਾ ਚਾਹੀਦਾ ਹੈ। ਸਭ ਤੋਂ ਚੰਗੀ ਮੱਤ, ਵਿਸ਼ੇਖ ਮੱਤ ਤੋਂ ਭਾਵ ਅਕਲ, ਵਿਸ਼ੇਖ ਤੋਂ ਭਾਵ ਚੰਗੀ, ਕਿ ਸਭ ਤੋਂ ਚੰਗੀ ਅਕਲ ਇਹੀ ਹੈ, ਸਭ ਤੋਂ ਚੰਗਾ ਕੰਮ ਇਹੀ ਹੈ, ਚੰਗਾ ਗੁਣ ਇਹੀ ਹੈ ਕਿ ਉਸ ਮਾਲਕ ਦਾ ਨਾਮ ਹੀ ਧਿਆਉਣਾ ਚਾਹੀਦਾ ਹੈ, ਉਸ ਦੇ ਹੀ ਹੁਕਮ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਪਾਤਸ਼ਾਹ ਜੀ ਆਖਣ ਲੱਗੇ ਹੁਣ ਜੀਵ ਵੀ ਵਿਚਾਰੇ ਕੀ ਕਰਨ, ਕਿਉਂਕਿ ਉਹਨੇ ਕੁਦਰਤ ਹੀ ਇਸ ਤਰੀਕੇ ਦੇ ਨਾਲ ਅਪਣਾਈ ਹੋਈ ਹੈ, ਬਣਾਈ ਹੋਈ ਕਿ ਇੱਕ ਪਾਸੇ ਮਾਇਆ ਹੈ, ਵਿਕਾਰ ਹੈ, ਦੂਜੇ ਪਾਸੇ ਮਾਲਕ ਆਪ ਹੈ। ਕਿ ਹੁਣ ਬਹੁਤੇ ਜਿਹੜੇ ਮਾਇਆ ਤੋਂ ਪ੍ਰਭਾਵਿਤ ਹੋ ਜਾਂਦੇ ਆ ਉਧਰ ਲੱਗ ਜਾਂਦੇ ਆ, ਵਿਰਲੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ। ਇਸ ਕਰਕੇ ਆਖਦੇ ਨੇ ਹੇ ਨਾਨਕ, ਫਿਰ ਜਿਸ ਮਨੁੱਖ ਦੇ ਮਸਤਕ ਦੇ ਜਿਹੜੇ ਨੇ ਚੰਗੇ ਭਾਗਾਂ ਦਾ ਲੇਖ ਜਿਹੜਾ ਉਗੜ ਪਏ, ਭਾਵ ਕਿ ਜਿਹਨੇ ਪਹਿਲਾਂ ਚੰਗੇ ਕਰਮ ਕੀਤੇ ਨੇ ਉਹਦੇ ਫਿਰ ਜਦੋਂ ਕਰਮ ਸਾਹਮਣੇ ਆ ਜਾਣ, ਜਦੋਂ ਉਹਦੀ ਕੋਈ ਚੰਗੀ ਕੀਤੀ ਕਿਰਤ ਆ ਜਾਏ ਤਾਂ ਫਿਰ ਪਾਤਸ਼ਾਹ ਜੀ ਆਖਦੇ ਹਨ ਉਹੀ ਗੁਰੂ ਚਰਨਾਂ ਨਾਲ ਜੁੜ ਕੇ ਫਿਰ ਉਸ ਨੂੰ ਪ੍ਰਮਾਤਮਾ ਮਨ ਹਿਰਦੇ ਵਿੱਚ ਪਿਆਰਾ ਲੱਗਦਾ ਹੈ, ਮਿੱਠਾ ਲੱਗਣ ਲੱਗ ਪੈਂਦਾ ਹੈ, ਪਿਆਰਾ ਲੱਗਣ ਲੱਗ ਪੈਂਦਾ। ਮਿੱਠਾ ਤੋਂ ਭਾਵ ਪਿਆਰਾ ਜਿਹੜਾ ਹੈ ਉਹ ਲੱਗਣ ਲੱਗ ਪੈਂਦਾ ਹੈ। ਸ੍ਰੀ ਰਾਗ ਮਹਿਲਾ ਪੰਜਵਾਂ। ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸੰਭਾਲ। ਪਾਤਸ਼ਾਹ ਜੀ ਆਖਣ ਲੱਗੇ ਹੇ ਸੰਤ ਜਨੋ ਮਿਲ ਭਾਈ ਹੋ, ਕਿ ਹੇ ਸੰਤ ਜਨੋ ਭਰਾਵੋ, ਭਾਈ ਹੋ ਤੋਂ ਭਾਵ ਭਰਾਵੋ, ਕਿ ਸਾਧ ਸੰਗਤ ਵਿੱਚ ਮਿਲ ਕੇ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਓ ਅਤੇ ਹਿਰਦੇ ਦੇ ਵਿੱਚ ਵਸਾ ਕੇ ਆਪਣਾ ਸਾਚਾ ਨਾਮ ਸੰਭਾਲ ਕਿ ਇਸ ਨੂੰ ਆਪਣੀ ਜਿੰਦ ਦੇ ਵਾਸਤੇ, ਜੀਵਨ ਸਫਰ ਵਾਸਤੇ ਜਿਹੜਾ ਹੈ ਖਰਚ ਇਕੱਠਾ ਕਰੋ। ਕਿ ਰਸਤਾ ਤੇ ਹੁਣ ਤੈਅ ਕਰਨਾ ਹੈ ਨਾ, ਜਿੰਨੇ ਸਵਾਸ ਉਸ ਮਾਲਕ ਨੇ ਬਖਸ਼ੇ ਨੇ।
ਇਹਦੇ ਵਾਸਤੇ ਉਹਦੇ ਹੁਕਮ ਦੇ ਵਿੱਚ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰੋ, ਤਾਂ ਕਿ ਤੁਸੀਂ ਚੰਗੇ ਕਰਮ ਇਕੱਠੇ ਕਰ ਸਕੋ। ਤੁਹਾਡਾ ਆਉਣ ਵਾਲਾ ਜੀਵਨ ਹੈ ਜਿਹੜਾ ਉਹ ਸੌਖਾ ਹੋ ਸਕੇ, ਸੁਖੈਨ ਹੋ ਸਕੇ, ਕਿ ਜਿਤਨਾ ਵੀ ਸਮਾਂ ਤੁਹਾਡੇ ਜੀਵਨ ਦਾ ਰਹਿੰਦਾ ਹੈ ਉਹ ਸਮਾਂ ਤੁਸੀਂ ਆਤਮਿਕ ਆਨੰਦ ਲੈ ਕੇ ਜਿਹੜਾ ਹੈ ਉਹ ਬਤੀਤ ਕਰ ਸਕੋ। ਜੇ ਅਸੀਂ ਸਮਾਜ ਦੇ ਵਿੱਚ ਪਰਿਵਾਰਕ ਇੱਕ ਗੱਲ ਕਰੀਏ ਕਿ ਪੁਰਾਣੇ ਸਮੇਂ ਦੇ ਵਿੱਚ ਹੈ ਜਿਹੜਾ, ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਦੇਖੀਏ, ਜੀਵਨ ਕਾਲ ਹੈ ਜਿਹੜਾ ਰਾਜ ਹੈ ਦੇਖੀਏ, ਤੇ ਉਦੋਂ ਬਹੁਤ ਸਾਰੇ ਕਾਇਦੇ ਸਨ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਆਧਾਰਿਤ ਸਨ। ਤੇ ਗੁਰਬਾਣੀ ਦੇ ਆਧਾਰਿਤ ਹੋਰ ਵੀ ਕਈ ਧਰਮ ਗ੍ਰੰਥਾਂ ਦੀਆਂ ਜਿਹੜੀਆਂ ਨੇ ਕੁਝ ਚੰਗੀਆਂ ਗੱਲਾਂ ਸਤਿਗੁਰੂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜਾ ਹੈ ਉਹ ਸਮਾਜ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਸਨ। ਉਹ ਜਦੋਂ ਵੀ ਕੋਈ ਮੰਦਿਰ, ਮਸਜਿਦ, ਧਰਮਸਾਲ, ਗੁਰਦੁਆਰਾ ਖੋਲ੍ਹਣ ਲਈ ਕੋਈ ਜ਼ਮੀਨ ਜਿਹੜਾ ਮੰਗਦਾ ਸੀ ਨਾ, ਉਹ ਕਹਿੰਦੇ ਸੀ ਕਿ ਠੀਕ ਹੈ, ਇਜਾਜ਼ਤ ਜ਼ਰੂਰ ਮਿਲੇਗੀ, ਪਰ ਉਸ ਤੋਂ ਪਹਿਲਾਂ ਨਾਲ ਇੱਕ ਪੜ੍ਹਾਈ ਦੀ ਜੇ ਮਦਰਸਾ ਜਾਂ ਨਾਲ ਹੈ ਜਿਹੜੀ ਉਹ ਜਗ੍ਹਾ ਬੱਚੇ ਪੜ੍ਹਾਉਣ ਵਾਸਤੇ ਜ਼ਰੂਰ ਹੋਣੀ ਚਾਹੀਦੀ ਹੈ। ਜੇ ਉਹ ਹੋਏਗੀ ਤੇ ਤਾਂ ਮੰਦਿਰ ਵਾਸਤੇ, ਤਾਂ ਮਸਜਿਦ ਵਾਸਤੇ, ਗੁਰਦੁਆਰੇ ਵਾਸਤੇ ਜਗ੍ਹਾ ਮਿਲੇਗੀ, ਨਹੀਂ ਤਾਂ ਨਹੀਂ ਮਿਲੇਗੀ। ਦੇਖੋ ਕਿੰਨਾ ਜ਼ਿਆਦਾ ਗਿਆਨ ਦੇ ਪ੍ਰਤੀ ਹੈ ਜਿਹੜਾ, ਸਿੱਖਿਆ ਦੇ ਪ੍ਰਤੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਜੁੜੇ ਹੋਏ ਸਨ। ਤੇ ਫਿਰ ਗੁਰਮਤ, ਗੁਰਬਾਣੀ, ਹੋਰ ਚੰਗੀਆਂ ਸਿੱਖਿਆਵਾਂ ਨੇ, ਉਹਨਾਂ ਦੇ ਕਾਇਦੇ ਵਿਸ਼ੇਸ਼ ਤੌਰ ਤੇ ਪੜ੍ਹਾਏ ਜਾਂਦੇ ਸਨ, ਨਾਲ ਦੀ ਨਾਲ ਲਾਜ਼ਮੀ ਸੀ। ਤੇ ਇਸੇ ਕਰਕੇ ਫਿਰ ਉਸ ਸਮੇਂ ਜਿਹੜੀ ਸਮਾਜ ਦੀ ਹਾਲਤ ਹੈ, ਸਮਾਜ ਦੀ ਦਸ਼ਾ ਹੈ, ਉਹ ਬਹੁਤ ਚੰਗੀ ਹੈ। ਉਦੋਂ ਨਾ ਤੇ ਕੋਈ ਓਲਡ ਏਜ ਹੋਮ ਹੁੰਦੇ ਸਨ ਕਿ ਬੁਢੇਪੇ ਦੇ ਘਰ ਵਾਲੇ ਨੇ, ਨਿਆਸਰਿਆਂ ਦਾ ਆਸਰਾ ਬਣਿਆ ਹੈ ਜੀ, ਉਹ ਹੈ, ਇੱਦਾਂ ਦਾ ਕੁਝ ਨਹੀਂ ਹੁੰਦਾ ਸੀ। ਕਿਉਂਕਿ ਉਦੋਂ ਬੱਚਿਆਂ ਨੂੰ ਸਿੱਖਿਆ ਹੀ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਬੱਚਿਆਂ ਨੂੰ ਮਾਂ ਪਿਓ ਸਾਂਭ ਰਿਹਾ, ਤੇ ਜਦੋਂ ਉਹਨਾਂ ਦੀ ਉਮਰ ਵੱਡੀ ਹੋ ਜਾਏ ਤੇ ਬੱਚੇ ਆਪਣੇ ਮਾਂ ਪਿਓ ਨੂੰ ਸਾਂਭਣ, ਇਹ ਫਰਜ਼ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਸੀ। ਸਮਾਜ ਦੇ ਵਿੱਚ ਮਾੜਾ ਕਰਮ ਨਾ ਕਰਨ, ਇਸ ਕਰਕੇ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਜਿਹੜੀ ਚੰਗੀ ਸਿੱਖਿਆ ਦਿੱਤੀ ਜਾਂਦੀ ਸੀ, ਚੰਗੀ ਤਰ੍ਹਾਂ ਸਮਝਾ, ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਪਾ ਦਿੱਤੀ ਜਾਂਦੀ ਸੀ। ਪਰ ਅੱਜ ਐਸਾ ਨਹੀਂ ਹੈ। ਅੱਜ ਇੰਜ ਕਹਿ ਲਈਏ ਕਿ ਬਹੁਤੇ ਬੱਚੇ ਕਿਤਾਬੀ ਕੀੜੇ ਬਣ ਗਏ, ਉਹਨਾਂ ਨੂੰ ਦੁਨੀਆਦਾਰੀ ਦਾ ਬਹੁਤਿਆਂ ਨੂੰ, ਕਈਆਂ ਨੂੰ ਪਤਾ ਨਹੀਂ ਹੈ। ਉਹ ਸਿਰਫ ਪੜ੍ਹਾਈ ਦੇ ਵਿੱਚ, ਮੈਂ ਇਹ ਨਹੀਂ ਕਹਿ ਰਿਹਾ ਕਿ ਪੜ੍ਹਾਈ ਮਾੜੀ, ਪੜ੍ਹਾਈ ਕਰਨੀ ਵੀ ਚੰਗੀ ਹੈ, ਪਰ ਇਹ ਨਹੀਂ ਕਿ ਸਾਨੂੰ ਸਿਰਫ ਕਿਤਾਬ ਦੇ ਵਿੱਚ ਹੀ ਦੁਨੀਆ ਦੱਸੇ, ਸਾਨੂੰ ਬਾਹਰ ਦੁਨੀਆ ਹੀ ਨਾ ਦੱਸੇ। ਐਸਾ ਵੀ ਨਹੀਂ ਕਿ ਉਹਨਾਂ ਨੂੰ ਪਤਾ ਹੀ ਨਾ ਹੋਏ ਕਿ ਮੇਰੇ ਘਰ ਦੇ ਕਾਰ ਵਿਹਾਰ ਕੀ ਨੇ, ਇਹਦੇ ਬਾਰੇ ਪਤਾ ਹੀ ਨਾ ਹੋਏ। ਐਸਾ ਵੀ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਦੀ ਇੱਕ ਹੋਰ ਗੱਲ ਦੇਖ ਲਈਏ ਕਿ ਜੇ ਬੱਚਿਆਂ ਦੇ, ਸਿੱਖਾਂ ਦੇ ਬੱਚਿਆਂ ਨੇ ਕੇਸ ਕਟਾਏ ਨੇ, ਤੇ ਉਹਦੇ ਵਿੱਚ ਮਾਂ ਪਿਓ ਦਾ ਹੱਥ ਜ਼ਰੂਰ ਹੈਗਾ ਹੈ। ਆਗਿਆ ਦੇਣਗੇ ਬੱਚੇ, ਹੁਣ ਛੋਟੇ ਹੁੰਦਿਆਂ ਦੇ, ਜਾਂ ਤਾਂ ਆਪ ਕੱਟਾਂਗੇ ਅਸੀਂ, ਜਾਂ ਬੱਚੇ ਜਿੱਦ ਕਰਨਗੇ ਕਟਾਉਣੇ ਆ, ਉਹ ਭਾਵੇਂ ਟੀਵੀ ਦੇ ਰਾਹੀਂ, ਮੋਬਾਈਲ ਦੇ ਰਾਹੀਂ, ਜਾਂ ਸਮਾਜ ਦੇ ਵਿੱਚੋਂ ਸਿੱਖਦੇ ਨੇ ਕਿ ਮੈਂ ਕਟਾਉਣੇ ਆ, ਉਹਦੀ ਆਗਿਆ ਮਾਂ ਪਿਓ ਦੇਏਗਾ ਤਾਂ ਬੱਚਾ ਕਟਾਏਗਾ, ਜਾਂ ਮਾਂ ਪਿਓ ਦੀ ਆਗਿਆ ਤੋਂ ਬਾਹਰ ਹੋ ਕੇ, ਹੁਕਮ ਤੋਂ ਬਾਹਰ ਹੋ ਕੇ ਕਟਾਏਗਾ। ਉਹ ਉਦੋਂ ਹੀ ਹੋਏਗਾ ਜਦੋਂ ਅਸੀਂ ਉਹਨੂੰ ਚੰਗੀ ਤਰ੍ਹਾਂ ਸੰਸਕਾਰਾਂ ਦੇ ਵਿੱਚ ਸਿੱਖਿਅਤ ਨਹੀਂ ਕਰ ਸਕੇ, ਉਦੋਂ ਹੋਏਗਾ, ਉਹਨਾਂ ਚਿਰ ਨਹੀਂ ਹੋਏਗਾ। ਖੈਰ, ਆਪਾਂ ਇਸ ਵਿਚਾਰ ਦੇ ਵੱਲ ਜੁੜਨਾ ਕਰੀਏ। ਪਾਤਸ਼ਾਹ ਜੀ ਫਿਰ ਇਸੇ ਤਰ੍ਹਾਂ ਆਖਦੇ ਨੇ ਕਿ ਸਾਧ ਸੰਗਤ ਵਿੱਚ ਮਿਲ ਕੇ ਹੈ ਜਿਹੜਾ, ਉਹ ਨਾਮ ਦਾ, ਚੰਗੇ ਕਰਮਾਂ ਦਾ ਜਿਹੜਾ ਧਨ ਇਕੱਠਾ ਕਰੋ, ਤਾਂ ਕਿ ਆਉਣ ਵਾਲੇ ਜੀਵਨ ਦੇ ਵਿੱਚ ਹੈ ਤੁਹਾਨੂੰ ਜਿਹੜਾ ਹੈ ਉਹ ਸੁਖੈਨ ਹੋ ਸਕੇ। ਤੁਸਾ ਬੰਧੋ ਜੀ ਕਾ ਐਥੈ ਉਥੈ ਨਾਲ, ਤੁਸਾ ਤੋਂ ਭਾਵ ਕਿ ਜੀਵਨ ਦਾ ਸਫ਼ਰ, ਜੀਵਨ ਸਫ਼ਰ ਦਾ ਜਿਹੜਾ ਹੈ ਖਰਚ, ਬੰਧੋ ਤੋਂ ਭਾਵ ਇਕੱਠਾ ਕਰੋ, ਕਿ ਮਾਲਕ ਦੇ ਨਾਮ ਵਿੱਚ ਜੁੜ ਕੇ ਚੰਗੇ ਕਰਮਾਂ ਦੀ ਕਿਰਤ ਕਰੋ, ਚੰਗੇ ਕਰਮਾਂ ਦਾ ਜਿਹੜਾ ਹੈ ਖਰਚ ਇਕੱਠਾ ਕਰੋ, ਜਿਹੜਾ ਇੱਥੇ ਤੇ ਉੱਥੇ, ਜਿਹੜਾ ਹਰ ਥਾਂ ਤੇ ਜਿਹੜਾ ਹੈ ਉਹ ਸਹਾਈ ਹੁੰਦਾ ਹੈ, ਕਿ ਲੋਕ ਤੇ ਪਰਲੋਕ ਵਿੱਚ ਫਿਰ ਇਸ ਜਿੰਦ ਦੇ ਨਾਲ ਹੈ ਜਿਹੜਾ ਉਹ ਨਿਭਦਾ ਹੈ।
ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ। ਪਾਤਸ਼ਾਹ ਜੀ ਆਖਣ ਲੱਗੇ, ਜਦੋਂ ਫਿਰ ਉਹ ਮਾਲਕ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਇਹ ਨਾਮ ਦਾ ਜਿਹੜਾ ਤੋਸਾ ਹੈ, ਖਰਚ ਹੈ, ਇਹ ਪੂਰੇ ਗੁਰੂ ਤੋਂ ਮਿਲਦਾ ਹੈ, ਪੂਰੇ ਗੁਰੂ ਤੋਂ ਪ੍ਰਾਪਤ ਜਿਹੜਾ ਹੈ ਹੁੰਦਾ ਹੈ। ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਇਆਲ। ਇੱਥੇ ਕਰਮ ਦਾ ਅਰਥ ਮਿਹਰ ਹੈ, ਬਖਸ਼ਿਸ਼। ਕਿ ਫਿਰ ਉਸ ਮਾਲਕ ਪ੍ਰਭੂ ਦੀ ਮਿਹਰ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ। ਤਿਸ ਹੋਵੈ ਪ੍ਰਾਪਤ, ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਨੂੰ ਹੋਏ ਦਿਆਲ, ਜਿਸ ਮਨੁੱਖ ਉੱਤੇ ਉਹ ਮਾਲਕ ਜਿਹੜਾ ਫਿਰ ਦਇਆਵਾਨ ਹੁੰਦਾ ਹੈ। ਕਹਿਣ ਤੋਂ ਭਾਵ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ। ਮੇਰੇ ਮਨ ਗੁਰ ਜੇ ਵਡ ਅਵਰ ਨਾ ਕੋਏ। ਹੇ ਮੇਰੇ ਮਨ, ਗੁਰੂ ਜਿੰਨਾ ਵੱਡਾ ਉੱਚੇ ਜੀਵਨ ਵਾਲਾ ਜਗਤ ਵਿੱਚ ਹੋਰ ਕੋਈ ਨਹੀਂ ਹੈ। ਗੁਰੂ ਤੋਂ ਬਿਨਾਂ ਹੈ ਜਿਹੜਾ ਉਹ ਜੀਵਨ ਦੀ ਅਟਲ ਸਚਾਈ ਨੂੰ ਜਿਹੜਾ ਹੈ ਉਹ ਹੋਰ ਕੋਈ ਜਿਹੜਾ ਹੈ ਨਹੀਂ ਦੱਸ ਸਕਦਾ ਹੈ। ਦੂਜਾ ਥਾਉ ਨਾ ਕੋ ਸੁਝੈ ਗੁਰ ਮੇਲੇ ਸੱਚ ਸੋਏ ਰਹਾਉ। ਗੁਰੂ ਤੋਂ ਬਿਨਾਂ ਮੈਨੂੰ ਹੋਰ ਕੋਈ ਦੂਜਾ ਆਸਰਾ ਨਹੀਂ, ਥਾਂ ਨਹੀਂ ਦਿਸਦਾ। ਪਰ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਗੁਰੂ ਨੂੰ ਜਿਹੜਾ ਹੈ ਮਿਲਾਉਂਦਾ ਹੈ, ਗੁਰੂ ਦੇ ਨਾਲ ਜਿਹੜਾ ਹੈ ਮਿਲਾਪ ਕਰਾਉਂਦਾ ਹੈ। ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ। ਪਾਤਸ਼ਾਹ ਜੀ ਆਖਣ ਲੱਗੇ, ਸਗਲ ਪਦਾਰਥ ਭਾਵ ਸਾਰੇ ਪਦਾਰਥ ਜੋ ਵੀ ਉਹ ਚਾਹੁੰਦਾ ਹੈ ਉਸ ਮਨੁੱਖ ਨੂੰ ਮਿਲੇ, ਤਿਸ ਮਿਲੇ, ਉਸ ਮਨੁੱਖ ਨੂੰ ਮਿਲੇ ਹਨ ਜਿਨ ਗੁਰ ਡਿਠਾ ਜਾਏ। ਜਾਏ ਤੋਂ ਭਾਵ ਜਾ ਕੇ, ਜਿਸ ਨੇ ਜਾ ਕੇ ਗੁਰੂ ਦਾ ਦਰਸ਼ਨ ਕੀਤਾ ਹੈ, ਜਿਸ ਨੇ ਜਾ ਕੇ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਹੈ, ਗੁਰੂ ਦੇ ਸ਼ਬਦ ਦੀ ਕਮਾਈ ਜਿਹੜੀ ਹੈ ਉਹ ਕੀਤੀ ਹੈ। ਗੁਰ ਚਰਨੀ ਜਿਨ ਮਨ ਲੱਗਾ ਸੇ ਵਡ ਭਾਗੀ ਮਾਏ। ਮਾਏ ਹੀ ਮਾਏ ਕਿ ਉਹ ਮਨੁੱਖ ਵੱਡ ਭਾਗੀ ਨੇ, ਵੱਡੇ ਭਾਗਾਂ ਵਾਲੇ ਨੇ, ਵੱਡੀ ਕਿਸਮਤ ਵਾਲੇ ਨੇ। ਗੁਰ ਚਰਨੀ ਜਿਨ ਮਨ ਲੱਗਾ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗ ਗਿਆ ਹੈ, ਜਿਨ੍ਹਾਂ ਦਾ ਚਿੱਤ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ, ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਦੇ ਅਨੁਸਾਰੀ ਹੋ ਗਈ ਹੈ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਹਿਆ ਸਮਾਏ। ਪਾਤਸ਼ਾਹ ਜੀ ਆਖਣ ਲੱਗੇ, ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਸਭ ਦਾਤਾਂ ਦੇਣ ਵਾਲਾ ਹੈ ਅਤੇ ਜੋ ਸਭ ਤਰ੍ਹਾਂ ਦੀ ਤਾਕਤ ਦਾ ਮਾਲਕ ਹੈ। ਉਸ ਮਾਲਕ ਦਾ ਹੀ ਰੂਪ ਹੈ। ਸਮਰੱਥ ਵੀ ਹੈ ਗੁਰੂ ਅਤੇ ਗੁਰੂ ਦਾਤਾ ਵੀ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਕਿਉਂਕਿ ਇੱਕੋ ਹੀ ਰੂਪ ਹੈ। ਗੁਰੂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ। ਜੋ ਸਭ ਜੀਵਾਂ ਵਿੱਚ ਵਿਆਪਕ ਹੈ, ਉਸ ਮਾਲਕ ਪਰਮੇਸ਼ਰ ਦਾ ਰੂਪ ਹੀ ਜਿਹੜਾ ਹੈ ਉਹ ਗੁਰੂ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਗੁਰੂ ਪਰਮੇਸ਼ਰ ਦਾ ਰੂਪ ਹੈ, ਗੁਰੂ ਪਾਰ ਬ੍ਰਹਮ ਦਾ ਰੂਪ ਹੈ।
ਗੁਰ ਪਰਮੇਸ਼ਰ ਪਾਰ ਬ੍ਰਹਮ ਅਤੇ ਗੁਰ ਡੁੱਬਦਾ ਲਏ। ਤੇ ਗੁਰੂ ਸੰਸਾਰ ਸਮੁੰਦਰ ਵਿਕਾਰਾਂ ਵਿੱਚ ਡੁੱਬਦੇ ਜੀਵਾਂ ਨੂੰ ਜਿਹੜਾ ਹੈ ਪਾਰ ਲੰਘਾ ਲੈਂਦਾ ਹੈ, ਬਚਾ ਲੈਂਦਾ ਹੈ। ਕਿ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਉਹ ਸਹਿਜੇ ਹੀ ਜਿਹੜਾ ਹੈ ਉਹ ਇਸ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ। ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰੱਥ। ਕਿਤ ਮੁਖ ਤੋਂ ਭਾਵ ਕਿਹੜੇ ਮੂੰਹ ਨਾਲ, ਮੁਖ ਤੋਂ ਭਾਵ ਮੂੰਹ ਨਾਲ, ਕਿ ਕਿਹੜੇ ਮੂੰਹ ਨਾਲ ਗੁਰੂ ਦੀ ਵਡਿਆਈ ਕੀਤੀ ਜਾਏ, ਭਾਵ ਕਿਸ ਤਰ੍ਹਾਂ ਉਸ ਮਾਲਕ ਦੀ ਵਡਿਆਈ ਕੀਤੀ ਜਾਏ। ਗੁਰੂ ਉਸ ਪ੍ਰਭੂ ਦਾ ਰੂਪ ਹੈ ਜੋ ਜਗਤ ਨੂੰ ਪੈਦਾ ਕਰਨ ਦੀ ਤਾਕਤ ਰੱਖਦਾ ਹੈ, ਜਿਸ ਨੇ ਇਸ ਜਗਤ ਨੂੰ ਜਿਹੜਾ ਹੈ ਕਰਨ ਕਾਰਨ ਸਮਰੱਥ, ਜਿਨੇ ਇਸ ਸੰਸਾਰ ਦੀ ਕਾਰ ਕੀਤੀ ਹੈ, ਕਿਰਤ ਕੀਤੀ ਹੈ, ਜਿਸ ਨੇ ਇਸ ਸੰਸਾਰ ਨੂੰ ਬਣਾਇਆ ਹੈ। ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਾਰਿਆ ਹੱਥ। ਪਾਤਸ਼ਾਹ ਜੀ ਆਖਣ ਲੱਗੇ ਕਿ ਉਹ ਮੱਥੇ ਗੁਰੂ ਚਰਨਾਂ ਵਿੱਚ ਸਦਾ ਲਈ ਟਿਕੇ ਰਹਿੰਦੇ ਹਨ। ਨਿਹਚਲ ਦਾ ਭਾਵ ਹੈ ਨਿਹਚਲ, ਨਾ ਚੱਲਣ ਵਾਲਾ, ਨਿਹ ਚੱਲ, ਨਾ ਹਿੱਲਣ ਵਾਲਾ, ਕਿ ਜਿਹੜਾ ਜਿਸ ਨੂੰ ਹਿਲਾਇਆ ਨਾ ਜਾ ਸਕੇ। ਨਿਹ ਚੱਲ, ਕਿ ਜਿਸ ਦੀ ਜਗ੍ਹਾ ਇੱਕੋ ਥਾਂ ਤੇ ਪੱਕੀ ਹੋਵੇ, ਉਹਨੂੰ ਹਿਲਾਇਆ ਨਾ ਜਾ ਸਕੇ। ਨਿਹ ਚੱਲ, ਨਾ ਚੱਲਣ ਵਾਲਾ, ਟਿਕਿਆ ਜਿਹੜਾ। ਇਸ ਕਰਕੇ ਪਾਤਸ਼ਾਹ ਜੀ ਆਖਣ ਕਿ ਫਿਰ ਉਹ ਮੱਥੇ, ਉਹ ਮਨੁੱਖ ਨੇ ਜਿਹੜੇ ਉਹ ਗੁਰੂ ਚਰਨਾਂ ਵਿੱਚ ਸਦਾ ਲਈ ਨਿਹਚਲ ਰਹਿੰਦੇ ਨੇ, ਭਾਵ ਇੱਕ ਥਾਂ ਤੇ ਜਿਹੜਾ ਹੈ ਮਾਲਕ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ, ਗੁਰੂ ਚਰਨਾਂ ਵਿੱਚ ਟਿਕੇ ਰਹਿੰਦੇ ਹਨ, ਜਿਨ੍ਹਾਂ ਉੱਤੇ ਗੁਰੂ ਨੇ ਆਪਣੀ ਮਿਹਰ ਦਾ ਹੱਥ ਫਿਰ ਰੱਖਿਆ ਹੈ, ਕਿ ਜਿਨ੍ਹਾਂ ਦੇ ਉੱਤੇ ਫਿਰ ਗੁਰੂ ਦਇਆਵਾਨ ਹੋ ਜਾਂਦਾ ਹੈ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਪਥ ਤੋਂ ਭਾਵ ਪਰਹੇਜ, ਰੁਕ ਜਾਣਾ ਜਿਹਨੂੰ ਕਹਿ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਜਨਮ ਮਰਨ ਦੇ ਗੇੜ ਅਰੂਪ ਜਿਹੜਾ ਅਰੋਗ ਹੈ, ਜਨਮ ਮਰਨ ਦਾ ਜਿਹੜਾ ਰੋਗ ਹੈ ਨਾ, ਕਿ ਜਿਹੜਾ ਗੇੜ ਪਿਆ ਹੋਇਆ ਹੈ, ਕਿ ਉਹਦੀ ਯਾਦ ਆਉਂਦੀ ਹੈ ਤੇ ਅਸੀਂ ਆਤਮਿਕ ਤੌਰ ਤੇ ਜੰਮ ਪੈਂਦੇ ਹਾਂ, ਸਾਡਾ ਜਨਮ ਹੋ ਜਾਂਦਾ ਹੈ। ਤੇ ਜੇ ਉਹਦੀ ਯਾਦ ਭੁੱਲ ਜਾਂਦੀ ਹੈ ਤੇ ਅਸੀਂ ਵਿਕਾਰਾਂ ਦੇ ਵਿੱਚ ਖਚਿਤ ਹੋ ਜਾਂਦੇ, ਸਾਡੀ ਆਤਮਿਕ ਮੌਤ ਹੋ ਜਾਂਦੀ ਹੈ। ਪਤਾ ਨਹੀਂ ਕਿੰਨੇ ਕੁ ਵਾਰ ਅਸੀਂ ਜਨਮ ਲੈਂਦੇ, ਕਿੰਨੇ ਕੁ ਵਾਰ ਮਰਦੇ ਹਾਂ। ਸਰੀਰ ਤਾਂ ਇੱਕ ਵਾਰ ਹੀ ਜੰਮਦਾ ਹੈ, ਪਰ ਅਸੀਂ ਆਪ ਪਤਾ ਨਹੀਂ ਕਿੰਨੇ ਕੁ ਵਾਰ ਜੰਮਦੇ ਤੇ ਮਰਦੇ। ਪਾਤਸ਼ਾਹ ਜੀ ਆਖਣ ਲੱਗੇ ਫਿਰ ਇਹ ਜਿਹੜਾ ਗੇੜ ਹੁੰਦਾ ਹੈ ਨਾ, ਜੰਮਦਾ ਮਰਦਾ ਰਹਿੰਦਾ ਮਨੁੱਖ, ਕਿ ਜੇ ਤਾਂ ਕਿਤੇ ਗੁਰੂ ਦਾ ਕੋਈ ਸ਼ਬਦ ਯਾਦ ਆ ਗਿਆ ਤੇ ਤਰਸ ਆ ਜਾਂਦਾ ਕਿ ਹਾਂ ਇਹ ਚੰਗਾ ਕੰਮ ਕਰਨਾ ਚਾਹੀਦਾ, ਮੇਰਾ ਮਨ ਜਿਹੜਾ ਹੈ, ਮੇਰਾ ਹਿਰਦਾ ਉਹ ਸਾਥ ਨਹੀਂ ਦਿੰਦਾ ਕਿ ਨਹੀਂ ਬੁਰਾ ਨਹੀਂ ਕਰਨਾ ਚਾਹੀਦਾ। ਉਹ ਹੈ ਸਾਡਾ ਜਨਮ ਹੋ ਜਾਣਾ, ਕਿਸੇ ਕੁਦਰਤ ਦੇ ਨਾਲ ਅਨਿਆਂ ਨਹੀਂ ਕਰ ਰਹੇ। ਤੇ ਜੇ ਸਾਡੇ ਮਨ ਦੇ ਵਿੱਚ ਐਸੀ ਗੱਲ ਕੋਈ ਨਾ ਆਈ, ਅਸੀਂ ਜੋ ਹੈ ਆਪਣੇ ਮਨ ਦੇ ਪਿੱਛੇ ਲੱਗ ਕੇ ਕੀਤਾ, ਭਾਵੇਂ ਕੋਈ ਚੁਗਲੀ ਨਿੰਦਾ ਹੀ ਹੋਏ, ਭਾਵੇਂ ਨਫ਼ਰਤ ਦੀ ਭਾਵਨਾ ਹੋਏ, ਭਾਵੇਂ ਕੋਈ ਵੀ ਕੰਮ ਹੋਏ ਜਿਹੜਾ ਗੁਰੂ ਨੂੰ ਨਹੀਂ ਪਾਉਂਦਾ, ਜਿਹੜਾ ਉਸ ਮਾਲਕ ਦੀ ਰਜ਼ਾ ਨਹੀਂ ਹੈ, ਭਾਣਾ ਨਹੀਂ ਹੈ, ਜੇ ਅਸੀਂ ਉਹ ਕਰ ਲਿਆ, ਗੁਰੂ ਦੇ ਸ਼ਬਦ ਨੂੰ ਭੁੱਲ ਕੇ ਉਸ ਮਾਲਕ ਦੀ ਯਾਦ ਨੂੰ ਭੁਲਾ ਕੇ, ਤੇ ਸਮਝ ਲੈਣਾ ਉਹ ਅਸੀਂ ਮਰੇ ਹੋਏ ਹਾਂ ਉਦੋਂ, ਸਰੀਰਕ ਤੌਰ ਤੇ ਨਹੀਂ, ਆਤਮਿਕ ਤੌਰ ਤੇ। ਇਸ ਕਰਕੇ ਪਾਤਸ਼ਾਹ ਜੀ ਫਿਰ ਆਖ ਰਹੇ ਹਨ ਕਿ ਇਹਦਾ ਫਿਰ ਮਾਲਕ ਦਾ ਨਾਮ ਹੀ ਜਿਹੜਾ ਹੈ ਉਹ ਇਸ ਜਨਮ ਮਰਨ ਦੇ ਰੋਗ ਦਾ ਪਰਹੇਜ਼ ਹੈ, ਕਿ ਇਹ ਜਨਮ ਮਰਨ ਹੈ ਜਿਹੜਾ ਉਹ ਮਾਲਕ ਦਾ ਨਾਮ ਹੀ ਜਿਹੜਾ ਹੈ ਉਹ ਖਤਮ ਕਰਦਾ ਹੈ। ਗੁਰ ਅੰਮ੍ਰਿਤ ਨਾਮ ਪਿਆਲਿਆ, ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਆਤਮਿਕ ਜੀਵਨ ਦੇਣ ਵਾਲਾ ਇਹ ਨਾਮ ਜਲ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ ਨੇ ਪਿਲਾਇਆ ਹੈ। ਫਿਰ ਪਾਤਸ਼ਾਹ ਜੀ ਆਖਣ ਲੱਗੇ ਕਿ ਉਹਨਾਂ ਦੇ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਇਹ ਦੂਰ ਹੋ ਜਾਂਦਾ ਹੈ।
ਗੁਰ ਪਰਮੇਸ਼ਰ ਸੇਵਿਆ, ਪੈ ਪੰਜਨ ਦੁਖ ਲੱਥ। ਭੈ ਭੰਜਨ, ਭੈ ਨੂੰ ਭੰਨਣ ਵਾਲਾ, ਡਰ ਨੂੰ ਖਤਮ ਕਰਨ ਵਾਲਾ, ਦੁੱਖ ਲੱਥ, ਦੁੱਖ ਲੱਥ ਤੋਂ ਭਾਵ ਲਾਹ ਦੇਣ ਵਾਲਾ, ਖਤਮ ਕਰ ਦੇਣ ਵਾਲਾ। ਕਿ ਫਿਰ ਜਿਨ੍ਹਾਂ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਨੇ, ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਨ, ਜਿਨ੍ਹਾਂ ਨੂੰ ਗੁਰੂ ਨੇ ਨਾਮ ਜਲ ਅੰਮ੍ਰਿਤ ਦੀ ਦਾਤ ਜਿਹੜੀ ਹੈ ਬਖਸ਼ ਦਿੱਤੀ ਹੈ, ਤੇ ਫਿਰ ਉਹ ਪਰਮੇਸ਼ਰ ਦੇ ਰੂਪ ਗੁਰੂ ਨੂੰ, ਸਾਰੇ ਡਰ ਦੂਰ ਕਰਨ ਵਾਲੇ ਗੁਰੂ ਨੂੰ, ਸਾਰੇ ਦੁੱਖ ਨਾਸ਼ ਕਰਨ ਵਾਲੇ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਨੇ। ਕਹਿਣ ਤੋਂ ਭਾਵ ਹੈ ਕਿ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਪੱਕਾ ਕਰ ਲੈਂਦੇ ਨੇ। ਫਿਰ ਉਹ ਕਦੇ ਵੀ ਕਿਤੇ ਸਮਝੌਤਾ ਨਹੀਂ ਕਰਦੇ ਗੁਰੂ ਦੇ ਸ਼ਬਦ ਨਾਲ। ਉਹ ਪਹਿਲਾਂ ਐਸਾ ਕੋਈ ਵੀ ਮਨੁੱਖ ਜਿਹੜਾ ਗੁਰਬਾਣੀ ਨੂੰ ਸਮਰਪਿਤ ਹੈ, ਉਹ ਕਿਤੇ ਵੀ ਫਿਰ ਸਮਝੌਤਾ ਨਹੀਂ ਕਰੇਗਾ। ਉਹ ਆਖੇਗਾ ਨਹੀਂ, ਮੈਂ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਨਹੀਂ, ਮੇਰਾ ਗੁਰੂ ਨਹੀਂ ਚਾਹੁੰਦਾ ਕਿ ਇਹ ਮੈਂ ਕੰਮ ਕਰਾਂ ਜੋ ਮੈਨੂੰ ਸਮਾਜ ਆਖਦਾ ਜਾਂ ਪਰਿਵਾਰ ਆਖਦਾ। ਉੱਥੇ ਫਿਰ ਉਹ ਰੁਕ ਜਾਂਦਾ। ਆਖਰ ਕਿ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਕਰ ਲਓ, ਪਰ ਮੈਂ ਨਹੀਂ ਇਹ ਕਰਾਂਗਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਉਹ ਫਿਰ ਵੱਖਰਾ ਹੋ ਜਾਂਦਾ। ਉਹਨੂੰ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਕਿ ਫਿਰ ਉਹਨਾਂ ਦੀ ਚਾਲ ਫਿਰ ਨਿਰਾਲੀ ਹੋ ਜਾਂਦੀ, ਵੱਖਰੀ ਹੋ ਜਾਂਦੀ। ਦੁਨੀਆ ਤਾਂ ਤੁਰੀ ਜਾ ਰਹੀ ਹੈ ਆਪਣੇ ਮਾਰਗ ਵਿਕਾਰਾਂ ਦੇ ਵਿੱਚ, ਫਿਰ ਉਹ ਵੱਖਰੇ ਹੋ ਕੇ ਤੁਰਦੇ ਆ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਪਾਤਸ਼ਾਹ ਜੀ ਆਖਣ ਲੱਗੇ ਸਤਿਗੁਰੂ ਕਿ ਸੱਚਾ ਗੁਰੂ ਹੈ ਉਹ ਗਹਿਰ ਗੰਭੀਰ ਹੈ, ਕਿ ਬੜਾ ਗਹਿਰਾ ਹੈ, ਗੰਭੀਰ ਹੈ। ਸੁਖ ਸਾਗਰ ਅਗ ਖੰਡ, ਕਿ ਉਹ ਸੁੱਖਾਂ ਦੀ ਦਾਤ ਦੇਣ ਵਾਲਾ ਹੈ, ਕਿ ਉਹ ਗੁਰੂ ਬੜੇ ਵੱਡੇ ਜਿਗਰੇ ਵਾਲਾ ਹੈ, ਬੜਾ ਗੰਭੀਰ ਹੈ, ਬੜਾ ਗਹਿਰਾ ਹੈ। ਕਿ ਫਿਰ ਉਹ ਸੁੱਖਾਂ ਦਾ ਸਮੁੰਦਰ ਹੈ। ਸੁਖ ਸਾਗਰ ਇੱਕ ਸੱਸਾ ਔਂਕੜ ਦੇ ਨਾਲ ਖੱਖਾ ਇਕੱਲਾ ਹੈ, ਬਹੁਤਾ ਭਾਵ ਬਹੁਤੇ ਸੁੱਖਾਂ ਦੀ ਗੱਲ ਹੈ। ਸੁੱਖਾਂ ਦਾ ਸਾਗਰ ਨੂੰ ਅੱਗੇ ਦੇਖੋ ਔਂਕੜ ਲੱਗਿਆ ਹੋਇਆ ਕਿ ਸੁੱਖਾਂ ਦਾ ਸਾਗਰ, ਸਾਗਰ ਇੱਕ ਤੇ ਸੁੱਖ ਬਹੁਤੇ। ਕਿ ਫਿਰ ਸੁੱਖਾਂ ਦਾ ਸਾਗਰ ਹੈ ਗੁਰੂ। ਅਤੇ ਹੋਰ ਕੀ ਹੈ? ਅਗ ਖੰਡ। ਅਗ ਤੋਂ ਭਾਵ ਪਾਪ, ਮੰਦੇ ਕਰਮ ਜਿਹੜੇ ਮਨੁੱਖ ਨੇ ਕੀਤੇ ਨੇ, ਭਾਵ ਖੰਡ ਤੋਂ ਭਾਵ ਖੰਡਣ ਵਾਲਾ, ਖਤਮ ਕਰਨ ਵਾਲਾ, ਤੋੜਨ ਵਾਲਾ। ਕਿ ਫਿਰ ਗੁਰੂ ਹੈ ਜਿਹੜਾ ਉਹ ਪਾਪਾਂ ਦਾ ਨਾਸ਼ ਕਰਨ ਵਾਲਾ ਵੀ ਹੈ। ਤੇਰੇ ਮੰਦੇ ਕਰਮ ਕੀਤੇ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਨ ਦੀ ਤਾਕਤ ਵੀ ਗੁਰੂ ਹੈ, ਉਹ ਰੱਖਦਾ ਹੈ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨ ਲਾਗੈ ਡੰਡ। ਪਾਤਸ਼ਾਹ ਜੀ ਆਖਣ ਲੱਗੇ ਫਿਰ ਜਿਨ, ਕਿ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ, ਜਮਦੂਤਾਂ ਦਾ ਡੰਡਾ ਉਸ ਦੇ ਸਿਰ ਉੱਤੇ ਨਹੀਂ ਵੱਜਦਾ। ਜਮਦੂਤ ਇਹ ਵਿਕਾਰ ਜਿਹੜੇ ਨੇ ਉਹਨਾਂ ਦਾ ਡੰਡਾ ਹੈ, ਉਹ ਉਸ ਦੇ ਸਿਰ ਦੇ ਵਿੱਚ, ਫਿਰ ਉਹਦੇ ਜੀਵਨ ਦੇ ਵਿੱਚ ਨਹੀਂ ਆਉਂਦਾ। ਕਿ ਵਿਕਾਰ ਨੇ ਜਿਹੜੇ ਉਹ ਨੇੜੇ ਨਹੀਂ ਆਉਂਦੇ। ਜਮਦੂਤ ਨਾ ਲਾਗੈ ਡੰਡ, ਫਿਰ ਇਹ ਜਮਦੂਤਾਂ ਦਾ ਡੰਡਾ ਹੈ ਜਿਹੜਾ, ਜਮਦੂਤ ਜਿਹੜੀ ਫਿਰ ਜਮਦੂਤ ਚਿੰਬੜ ਕੇ ਫਿਰ ਦੁੱਖ ਰੂਪ ਜਿਹੜੀ ਸਜ਼ਾ ਦਿੰਦੇ ਹਨ, ਫਿਰ ਉਹ ਨੇੜੇ ਨਹੀਂ ਆਉਂਦੀ। ਫਿਰ ਕਹਿਣ ਤੋਂ ਭਾਵ ਹੈ ਕਿ ਜਮਦੂਤ ਇਹ ਵਿਕਾਰ ਨੇ ਚਿੰਬੜ ਕੇ ਜਿਹੜੇ ਸਜ਼ਾ ਦਿੰਦੇ ਨੇ ਮਨੁੱਖ ਨੂੰ, ਜੀਵ ਨੂੰ, ਫਿਰ ਉਹ ਸਜ਼ਾ ਨਹੀਂ ਭੁਗਤਣੀ ਪੈਂਦੀ। ਉਹ ਡੰਡਾ ਹੈ ਫਿਰ ਜਿਹੜਾ ਉਹ ਨਹੀਂ ਸਹਿਣਾ ਪੈਂਦਾ ਹੈ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਮੰਡ। ਤੁਲ ਤੋਂ ਭਾਵ ਬਰਾਬਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਮੈਂ ਸਾਰਾ ਸੰਸਾਰ ਜਿਹੜਾ ਭਾਲ ਕੇ ਵੇਖ ਲਿਆ, ਬ੍ਰਹਮੰਡ ਜਿਹੜਾ ਹੈ ਉਹ ਖੋਜ ਕੇ ਵੇਖ ਲਿਆ ਹੈ। ਕੋਈ ਵੀ ਗੁਰੂ ਦੇ ਬਰਾਬਰ ਦਾ ਨਹੀਂ ਹੈ, ਕੋਈ ਵੀ ਗੁਰੂ ਦੇ ਬਰਾਬਰ ਮੈਨੂੰ ਦਿਸਿਆ ਹੀ ਨਹੀਂ, ਮੈਨੂੰ ਲੱਭਿਆ ਹੀ ਨਹੀਂ ਹੈ। ਖੋਜ ਡਿਠਾ ਬ੍ਰਹਮੰਡ, ਸਾਰਾ ਬ੍ਰਹਮੰਡ ਹੀ ਮੈਂ ਖੋਜ ਲਿਆ, ਸੰਸਾਰ ਹੀ ਖੋਜ ਲਿਆ। ਗੁਰ ਨਾਲ ਤੁਲ ਨਾ ਲੱਗਈ, ਗੁਰੂ ਦੇ
ਤੁਲ ਤੋਂ ਭਾਵ ਬਰਾਬਰ ਦਾ ਮੈਨੂੰ ਕੋਈ ਦਿਸਿਆ ਹੀ ਨਹੀਂ ਜਿਹੜਾ ਮੇਰੇ ਜੀਵਨ ਦੀ ਕਾਇਆ ਕਲਪ ਕਰ ਸਕੇ, ਜਿਹੜਾ ਮੈਨੂੰ ਸੁੱਖਾਂ ਦੇ ਸਮੁੰਦਰ ਦੀ ਦਾਤ ਦੇ ਦੇਵੇ ਤੇ ਮੇਰੇ ਦੁੱਖਾਂ ਦਾ ਨਾਸ਼ ਕਰ ਦਏ, ਮੇਰੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਦੂਰ ਕਰਕੇ ਤੇ ਆਤਮਿਕ ਆਨੰਦ ਬਖਸ਼ ਦੇ। ਮੈਨੂੰ ਅਜਿਹਾ ਕੋਈ ਲੱਭਾ ਹੀ ਨਹੀਂ ਹੈ, ਕੋਈ ਦਿਸਿਆ ਹੀ ਨਹੀਂ ਹੈ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਮੰਡ ਤੋਂ ਭਾਵ ਮੰਡਿਆ ਹੈ, ਧਾਰਿਆ ਹੈ ਕਿ हे ਨਾਨਕ ਸਤਿਗੁਰੂ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਖਜ਼ਾਨਾ ਫਿਰ ਦੇ ਦਿੱਤਾ ਹੈ, ਉਸ ਨੇ ਆਤਮਿਕ ਆਨੰਦ ਸਦਾ ਲਈ ਆਪਣੇ ਮਨ ਵਿੱਚ ਧਾਰ ਲਿਆ ਹੈ, ਪਰੋ ਲਿਆ ਹੈ, ਵਸਾ ਲਿਆ ਹੈ, ਜਿਸ ਦੇ ਉੱਤੇ ਫਿਰ ਗੁਰੂ ਨੇ ਇਹ ਰਹਿਮਤ ਨਾਮ ਦੀ ਦਾਤ ਵਾਲੀ ਜਿਹੜੀ ਕੀਤੀ ਹੈ, ਨਾਮ ਨਿਧਾਨ ਸਤਿਗੁਰ ਦੀਆ, ਜਿਸ ਨੂੰ ਗੁਰੂ ਨੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਹੈ। ਫਿਰ ਸੁਖ ਇੱਥੇ ਖੱਖੇ ਨੂੰ ਵੀ ਔਂਕੜ ਹੈ, ਭਾਵ ਆਤਮਿਕ ਆਨੰਦ ਫਿਰ ਮਨ ਮਹਿ ਮੰਡ, ਮਨ ਦੇ ਅੰਦਰ ਫਿਰ ਉਹਨੇ ਪਰੋ ਲਿਆ ਹੈ। ਪਰੋਣਾ ਦਾ ਭਾਵ ਪੱਕਾ ਕਰ ਦੇਣਾ, ਧਾਰ ਲਿਆ ਹੈ, ਵਸਾ ਲਿਆ ਹੈ। ਸਤਿਗੁਰੂ ਜੀ ਰਹਿਮਤ ਕਰਨ। 90 ਸ਼ਬਦਾਂ ਦੀ ਵਿਚਾਰ ਹੈ ਜਿਹੜੀ ਅੱਜ ਆਪਾਂ ਸੰਪੂਰਨ ਕੀਤੀ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।